ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਜਿਵੇਂ ਕਿ ਆਪ ਸਾਰੀਆਂ ਸੰਗਤਾਂ ਜਾਣਦੀਆਂ ਕਿ ਅਗਰ ਇਸ ਜ਼ਿੰਦਗੀ ਦੇ ਅੰਦਰ ਕਿਤੇ ਮਾਇਆ ਚਲੀ ਜਾਵੇ ਤਾਂ ਮਹਾਂਪੁਰਖ ਕਹਿੰਦੇ ਆ ਕਿ ਫਿਰ ਉਹ ਸਮਝ ਲਾ ਜਿਵੇਂ ਕੁਛ ਨਹੀਂ ਗਿਆ ਹੈ, ਕਿਉਂਕਿ ਮਾਇਆ ਹੱਥਾਂ ਦੀ ਮੈਲ ਵਾ, ਇਹ ਤਾਂ ਫਿਰ ਵੀ ਮਿਲ ਸਕਦੀ ਆ। ਇਸ ਕਰਕੇ ਮਹਾਂਪੁਰਖ ਕਹਿੰਦੇ ਆ ਕਿ ਮਾਇਆ ਦਾ ਬਹੁਤੀ ਚਿੰਤਾ ਨਹੀਂ ਕਰਨੀ ਚਾਹੀਦੀ। ਦੂਸਰਾ ਮਹਾਂਪੁਰਖਾਂ ਨੇ ਦੱਸਿਆ ਹੈਗਾ ਕਿ ਅਗਰ ਜ਼ਿੰਦਗੀ ਦੇ ਅੰਦਰ ਥੋੜ੍ਹੀ ਸਿਹਤ ਚਲੀ ਜਾਵੇ ਤਾਂ ਫਿਰ ਕਹਿੰਦੇ ਸਮਝ ਲੈਣਾ ਚਾਹੀਦਾ ਕਿ ਕੁਛ ਚਲਾ ਗਿਆ ਹੈ, ਲੇਕਿਨ ਸਾਰਾ ਕੁਛ ਨਹੀਂ, ਕੁਛ ਚਲਾ ਗਿਆ। ਅਗਰ ਸਿਹਤ ਦੇ ਵਿੱਚ ਕਮਜ਼ੋਰੀ ਆ ਜਾਵੇ, ਸਿਹਤ ਦੇ ਅੰਦਰ ਅਗਰ ਸੁਧਾਰ ਨਾ ਹੋਵੇ, ਸਿਹਤ ਵਿਗੜ ਜਾਵੇ ਤਾਂ ਸਮਝ ਲਓ ਕੁਛ ਚਲਾ ਗਿਆ ਹੈ। ਸੋ ਕਿ ਮਹਾਂਪੁਰਖ ਕਹਿੰਦੇ ਆ ਕਿ ਅਗਰ ਇਸ ਜ਼ਿੰਦਗੀ ਦੇ ਅੰਦਰ ਗੁਰੂ ਚਲਾ ਗਿਆ, ਗੁਰੂ ਦਾ ਲੜ ਪੱਲਾ ਜਿਹੜਾ ਫੜਿਆ ਹੈ ਉਹ ਉੱਥੋਂ ਛੁੱਟ ਗਿਆ ਤਾਂ ਫਿਰ ਸਮਝ ਲਓ ਜ਼ਿੰਦਗੀ ਵਿੱਚ ਸਭ ਕੁਛ ਹੀ ਚਲਾ ਗਿਆ ਹੈ। ਇਸ ਕਰਕੇ ਗੁਰੂ ਦੀ ਮਹਿਮਾ ਬੜੀ ਅਪਰੰਪਾਰ ਹੈ। ਇਸ ਕਰਕੇ ਗੁਰੂ ਦਾ ਲੜ ਹਮੇਸ਼ਾ ਫੜਨਾ ਚਾਹੀਦਾ ਹੈ, ਕਿਉਂਕਿ ਗੁਰੂ ਦਾ ਲੜ ਫੜਾਂਗੇ ਤਾਂ ਫਿਰ ਸਮਾਂ ਆਊਗਾ, ਫਿਰ ਸਿਹਤ ਜਿਹੜੀ ਚਲੀ ਗਈ ਉਹ ਵੀ ਵਾਪਸ ਆ ਜਾਊ ਅਤੇ ਜਿਹੜੀ ਮਾਇਆ ਜ਼ਿੰਦਗੀ 'ਚ ਚਲੀ ਗਈ ਉਹ ਵੀ ਵਾਪਸ ਆ ਜਾਊ। ਇਸੇ ਕਰਕੇ ਤਾਂ ਮਹਾਂਪੁਰਖਾਂ ਨੇ ਆਖਿਆ ਹੈਗਾ, ਕਬੀਰ ਕਾਮ ਪਰੇ ਹਰ ਸਿਮਰਿਏ ਐਸਾ ਸਿਮਰੋ ਨਿਤ, ਅਮਰਾਪੁਰ ਬਾਸਾ ਕਰੇ ਹਰ ਗਿਆ ਬਹੋਰੇ ਬਿਤ। ਜਿਵੇਂ ਕਹਿੰਦੇ ਕੋਈ ਕੰਮ ਹੋਵੇ, ਕੋਈ ਗਰਜ ਹੋਵੇ, ਅਸੀਂ ਵਾਹਿਗੁਰੂ ਨੂੰ ਯਾਦ ਕਰਦੇ ਹਾਂ ਅਤੇ ਪਰਮੇਸ਼ਰ ਦਾ ਸਿਮਰਨ ਕਰਦੇ ਹਾਂ। ਅਗਰ ਇਹੋ ਹੀ ਸਿਮਰਨ ਅਸੀਂ ਨਿਰੰਤਰ ਕਰਦੇ ਰਹੀਏ ਬਿਨਾਂ ਗਰਜ ਬਿਨਾਂ ਲੋੜ ਤੋਂ ਨਿਸ਼ਕਾਮ ਹੋ ਗਏ ਅਤੇ ਜਿਹੜੀ ਚੀਜ਼ ਤੁਹਾਡੇ ਕੋਲ ਚੱਲ ਗਈ ਉਹ ਵਾਪਸ ਆ ਜਾਂਦੀ ਆ। ਪਰ ਕਿਉਂਕਿ ਸਿਹਤ ਦਾ ਹੋਣਾ ਬੜਾ ਜ਼ਰੂਰੀ ਹੈ, ਇਸ ਕਰਕੇ ਮਹਾਂਪੁਰਖਾਂ ਨੇ ਦੱਸਿਆ ਕਿ ਜਿਹੜੀ ਸਿਹਤ ਆ ਇਹ ਸਭ ਤੋਂ ਵੱਡਾ ਧਨ ਹੈ। ਇਸੇ ਕਰਕੇ ਗੁਰਬਾਣੀ ਵਿੱਚ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਗਿਆ ਹੈ ਕਿ ਜਿੱਥੇ ਤੁਸੀਂ ਆਪਣੇ ਬਾਕੀ ਸਾਰੀ ਚੀਜ਼ਾਂ ਦੀ ਸੰਭਾਲ ਕਰਦੇ ਆ, ਉੱਥੇ ਸਿਹਤ ਦੀ ਸੰਭਾਲ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਇਸ ਦੇਹੀ ਕੋ ਪਾਲ, ਇਸ ਦੇਹੀ ਨੂੰ ਪਾਲਣ ਵਾਸਤੇ ਮਹਾਂਪੁਰਖਾਂ ਨੇ ਸਮੇਂ-ਸਮੇਂ 'ਤੇ ਬਹੁਤ ਸਾਰੀਆਂ ਹਦਾਇਤਾਂ ਕੀਤੀਆਂ ਹੈ ਅਤੇ ਕਈ ਐਸੇ ਮਹਾਤਮਾ ਹੋਏ ਆ ਜਿਨ੍ਹਾਂ ਨੇ ਨਾਮ ਭਜਨ ਸਿਮਰਨ ਤੋਂ ਇਲਾਵਾ ਵੀ ਇਸ ਸਿਹਤ ਨੂੰ ਕਾਇਮ ਰੱਖਣ ਵਾਸਤੇ ਕਈ ਫਾਰਮੂਲੇ ਬਣਾਏ ਆ। ਅਤੇ ਅਗਰ ਅਸੀਂ ਉਹਨਾਂ ਦੇ ਬਣਾਏ ਹੋਏ ਫਾਰਮੂਲਿਆਂ ਨੂੰ ਜ਼ਿੰਦਗੀ ਵਿੱਚ ਵਰਤ ਲਈਏ ਅਤੇ ਕਈ ਵਾਰੀ ਜਿਹੜੀ ਸਿਹਤ ਹੈਗੀ ਆ ਇਹ ਵਿਗੜਦੀ ਮੁੜ ਕੇ ਫਿਰ ਸੋਨੇ ਕੰਚਨ ਵਰਗੀ ਹੋ ਜਾਂਦੀ ਆ। ਸੋ ਮਹਾਂਪੁਰਖਾਂ ਨੇ ਬੜੇ ਸੌਖੇ ਢੰਗ ਤਰੀਕੇ ਦੇ ਨਾਲ ਇਸ ਸਿਹਤ ਨੂੰ ਕਾਇਮ ਰੱਖਣ ਵਾਸਤੇ ਬਹੁਤ ਸਾਰੇ ਫਾਰਮੂਲੇ ਤਿਆਰ ਕੀਤੇ ਆ। ਅੱਜ ਦੱਸ ਉਹਨਾਂ ਮਹਾਂਪੁਰਖਾਂ ਦੇ ਦਿੱਤੇ ਹੋਏ ਫਾਰਮੂਲਿਆਂ ਦੀ ਜੋ ਵਿਚਾਰ ਹੈ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਸੋ ਦੇਖੋ, ਇੱਕ ਮਹਾਂਪੁਰਖ ਦੱਸਦੇ ਆ ਕਿ ਅਗਰ ਸਰੀਰ ਬਾਏਖੁਰਾ ਹੋ ਜਾਵੇ, ਸਰੀਰ ਜੁੜ ਜਾਵੇ, ਗੋਡੇ ਦੇ ਮੋਢੇ ਦਰਦ ਕਰਨ ਲੱਗ ਜਾਣ ਤਾਂ ਉਸ ਟਾਈਮ ਮਹਾਂਪੁਰਖਾਂ ਨੇ ਇੱਕ ਬੜਾ ਸੁੰਦਰ ਫਾਰਮੂਲਾ ਦੱਸਿਆ। ਉਹਦੇ ਵਿੱਚ ਮਹਾਂਪੁਰਖ ਆਖਦੇ ਆ ਕਿ ਇੱਕ ਹਾਲੋਂ ਆਪਾਂ ਲੈ ਲਈਏ। ਦੇਖੋ, ਆਮ ਤੌਰ 'ਤੇ ਜਿਹੜੀ ਇਹ ਹਾਲੋਂ ਆ ਇਹ ਪਸ਼ੂਆਂ ਨੂੰ ਦਿੱਤੀ ਜਾਂਦੀ ਆ, ਪਰ ਇਸ ਹਾਲੋਂ ਦਾ ਜਦ ਮਨੁੱਖੀ ਸਰੀਰ ਦੇ ਉੱਤੇ ਸਦਉਪਯੋਗ ਕੀਤਾ ਗਿਆ ਤੇ ਬੜੇ ਸੁੰਦਰ ਲਾਭ ਮਹਾਂਪੁਰਖਾਂ ਨੇ ਦੱਸੇ ਆ। ਉਹਨਾਂ ਨੇ ਦੱਸਿਆ ਹੈ ਕਿ ਹਾਲੋਂ ਥੋੜ੍ਹੀ ਲੈ ਕੇ ਅਤੇ ਇਸ ਨੂੰ ਇੱਕ ਗਲਾਸ ਦੁੱਧ ਦੇ ਵਿੱਚ ਭਿਉਂ ਕੇ ਰੱਖ ਦਿਓ। ਜਦੋਂ ਕਹਿੰਦੇ ਹਾਲੋਂ ਨੂੰ ਭਿਉਂ ਕੇ ਰੱਖ ਦਿੱਤਾ ਤਾਂ ਉਸ ਤੋਂ ਬਾਅਦ 1 ਘੰਟੇ ਬਾਅਦ ਫਿਰ ਇਸ ਨੂੰ ਅੱਗ 'ਤੇ ਗਰਮ ਕਰ ਦੇਣਾ। ਗਰਮ ਕਰਕੇ ਇਹ ਕਾੜ ਲੈਣੀ ਆ। ਜਦੋਂ ਕਹਿੰਦੇ ਹਾਲੋਂ ਗਰਮ ਕਰਕੇ ਕਾੜ ਲਈਏ ਤਾਂ ਉਸ ਤੋਂ ਬਾਅਦ ਫਿਰ ਇਸ ਨੂੰ ਦੁਬਾਰਾ ਫਿਰ ਠੰਡਾ ਰੱਖ ਦੇਣਾ। ਜਦੋਂ ਕਹਿੰਦੇ ਇਹ ਜਿਹੜਾ ਕਾੜਾ ਜਦ ਦੁਬਾਰਾ ਠੰਡਾ ਹੋ ਜਾਵੇ, ਇਸ ਦੇ ਵਿੱਚ 1 ਚਮਚਾ ਅਲਸੀ ਦੇ ਤੇਲ ਦਾ ਪਾ ਦੇਣਾ ਅਤੇ ਕਹਿੰਦੇ ਜਦੋਂ ਅਲਸੀ ਦੇ ਤੇਲ ਦਾ 1 ਚਮਚਾ ਪਾਇਆ, ਉਸ ਤੋਂ ਬਾਅਦ ਫਿਰ ਸਵੇਰੇ ਖਾਣ ਦੇ ਨਾਲ ਕਹਿੰਦੇ ਫਿਰ ਤੁਸੀਂ ਦੇਖੋਗੇ ਕਿ ਇਹ ਜਿਹੜਾ ਸਰੀਰ ਹੈਗਾ, ਇਹ ਜਿਹੜਾ ਬਾਈ ਦੇ ਨਾਲ ਜੁੜ ਗਿਆ ਹੈਗਾ, ਇਹ ਕਿਵੇਂ ਮੁੜ ਕੇ ਇਸ ਬਾਈ ਤੋਂ ਛੁਟਕਾਰਾ ਹੋ ਜਾਂਦਾ, ਗੋਡਿਆਂ ਦੀਆਂ ਦਰਦਾਂ ਬੰਦ ਹੋ ਜਾਂਦੀਆਂ, ਮੋਢਿਆਂ ਦੀਆਂ ਦਰਦਾਂ ਬੰਦ ਹੋ ਜਾਂਦੀਆਂ। ਇਸ ਦਾ ਸਵੇਰੇ ਸੇਵਨ ਕਰਨਾ ਹੈਗਾ। ਸੋ ਸ਼ਾਮ ਨੂੰ ਜਿਹੜਾ ਸੇਵਨ ਮਹਾਂਪੁਰਖਾਂ ਨੇ ਦੱਸਿਆ ਹੈਗਾ, ਉਹ ਕਹਿੰਦੇ ਵੀ 1 ਸੇਬ ਲੈ ਕੇ ਉਹਨੂੰ ਕੱਦੂਕਸ ਕਰ ਲਓ ਅਤੇ ਕੱਦੂਕਸ ਕਰਕੇ ਦੁੱਧ ਦੇ ਵਿੱਚ ਪਾ ਕੇ ਉਹਦੀ ਖੀਰ ਬਣਾ ਕੇ ਸ਼ਾਮ ਨੂੰ ਖਾਓ। ਇਹ ਵੀ ਬੜੀ ਗੁਣਕਾਰੀ ਹੈਗੀ ਆ। ਇਸ ਤਰ੍ਹਾਂ ਇਸ ਦਾ ਜੋ ਸਦਉਪਯੋਗ ਕਰਨ ਦੇ ਨਾਲ ਆਦਮੀ ਦਾ ਸਰੀਰ ਹਮੇਸ਼ਾ ਜਿਹੜਾ ਹੈਗਾ ਉਹ ਬਾਏ ਤੋਂ ਰਹਿਤ ਹੋ ਜਾਂਦਾ। ਸੋ ਅਗਲੀ ਵਿਚਾਰ ਮਹਾਂਪੁਰਖਾਂ ਨੇ ਦੱਸੀ ਆ ਕਿ ਫਰਜ਼ ਕਰੋ ਕਿਸੇ ਦੀ ਕਹਿੰਦੇ ਨਜ਼ਰ ਕਮਜ਼ੋਰ ਵਾ। ਅਗਰ ਕਹਿੰਦੇ ਨਜ਼ਰ ਕਮਜ਼ੋਰ ਆ ਅਤੇ ਨਜ਼ਰ ਦੀ ਗਤੀ ਹੈ, ਇਸ ਨੂੰ ਤੇਜ਼ ਕਰਨ ਵਾਸਤੇ ਮਹਾਂਪੁਰਖ ਨੇ ਕਿਹਾ ਹੈਗਾ ਕਿ ਸਭ ਤੋਂ ਪਹਿਲਾਂ ਤ੍ਰਿਫਲਾ ਖਾਣਾ ਸ਼ੁਰੂ ਕਰ ਦਿਓ। ਇਹ ਜਿਹੜਾ ਤ੍ਰਿਫਲਾ ਹੈਗਾ ਇਹ ਔਲਿਆਂ ਦਾ ਖਾਵੋ ਅਤੇ ਕਹਿੰਦੇ ਖਾਸ ਕਰਕੇ ਇਹ ਡਾਬਰ ਵਾਲਿਆਂ ਦਾ ਮਿਲ ਜਾਂਦਾ। ਅਗਰ ਕਹਿੰਦੇ ਤੁਸੀਂ ਇਹ ਖਾਓਗੇ ਤਾਂ ਤੁਸੀਂ ਦੇਖੋਗੇ 2-2.5 ਮਹੀਨੇ ਦੇ ਅੰਦਰ ਨਜ਼ਰ ਜਿਹੜੀ ਕਮਜ਼ੋਰ ਆ ਉਹਦੇ ਵਿੱਚ ਬਹੁਤ ਸਾਰਾ ਸੁਧਾਰ ਹੋ ਜਾਂਦਾ। ਇੱਥੋਂ ਤੱਕ ਤਾਂ ਦੱਸਦੇ ਮਹਾਂਪੁਰਖ ਵੀ ਐਨਕਾਂ ਵੀ ਉਤਰ ਜਾਂਦੀਆਂ। ਸੋ ਅੱਗੇ ਮਹਾਂਪੁਰਖਾਂ ਦਾ ਇੱਕ ਹੋਰ ਨੁਕਤਾ ਹੈਗਾ, ਕਹਿੰਦੇ ਵੀ ਚਾਹ ਛੱਡ ਕੇ ਜੇ ਕਾੜਾ ਪੀਓ
ਇਹ ਕਾੜਾ ਸਰੀਰ ਵਾਸਤੇ ਬਹੁਤ ਲਾਭਦਾਇਕ ਹੈਗਾ। ਉਹਦੇ ਵਿੱਚ ਮਹਾਂਪੁਰਖਾਂ ਨੇ ਇਸ ਕਾੜੇ ਨੂੰ ਬਣਾਉਣ ਦਾ ਜੋ ਗੁਣ ਦੱਸਿਆ, ਉਹਦੇ ਵਿੱਚ ਮਹਾਂਪੁਰਖਾਂ ਨੇ ਆਖਿਆ ਕਿ ਸੁੰਡ ਲੈ ਲਓ ਥੋੜ੍ਹੀ, ਅਤੇ ਕਹਿੰਦੇ ਸੁੰਡ ਲੈ ਕੇ ਥੋੜ੍ਹੀ ਕਾਲੀ ਮਿਰਚ, ਫਿਰ ਕਹਿੰਦੇ ਪਿੱਪਲ ਵਿੱਚ ਪਾ ਲਓ, ਉਹ ਤੋਂ ਬਾਅਦ ਵਿੱਚ ਦਾਲ ਚੀਨੀ ਪਾਵੋ, ਦਾਲ ਚੀਨੀ ਪਾਉਣ ਤੋਂ ਬਾਅਦ ਫਿਰ ਤੇਜ਼ ਪੱਤਾ ਵਿੱਚ ਪਾਵੋ, ਫਿਰ ਵੱਡੀ ਅਤੇ ਛੋਟੀ ਇਲਾਇਚੀ ਜਿਹੜੀ ਆ ਉਹ ਵੀ ਵਿੱਚ ਪਾਵੋ। ਉਸ ਤੋਂ ਬਾਅਦ ਮਹਾਂਪੁਰਖਾਂ ਨੇ ਦੱਸਿਆ ਹੈ ਕਿ ਅਰਜਨ ਦੀ ਛਾਲ ਇਹ ਵੀ ਕਹਿੰਦੇ ਵਿੱਚ ਪਾਉਣੀ ਆ। ਇਸ ਤਰ੍ਹਾਂ ਕਰਕੇ ਇਹਨਾਂ ਸਾਰਿਆਂ ਚੀਜ਼ਾਂ ਦਾ ਕਹਿੰਦੇ ਮਿਸ਼ਰਣ ਕਰ ਲੈਣਾ ਹੈਗਾ। ਜਦੋਂ ਕਹਿੰਦੇ ਉਹ ਸੁੱਕਾ ਮਿਸ਼ਰਣ ਬਣ ਜਾਊਗਾ ਅਤੇ ਇਸ ਮਿਸ਼ਰਣ ਨੂੰ ਕਹਿੰਦੇ ਦੁੱਧ ਦੇ ਵਿੱਚ ਚੀਨੀ ਪਾ ਕੇ ਹੈ ਨਾ, ਕਹਿੰਦੇ ਵੀ ਜਦੋਂ ਆਪਾਂ ਰੋਜ਼ ਪੀਵਾਂਗੇ ਇਸ ਕਾੜੇ ਨਾਲ ਕਹਿੰਦੇ ਸਰੀਰ ਦੇ ਵਿੱਚ ਬਹੁਤ ਸਾਰੇ ਜਿਹੜੇ ਪਰਿਵਰਤਨ ਆ ਜਾਣਗੇ ਅਤੇ ਜਿਹੜੀ ਚਾਹ ਦਾ ਅੰਮਲ ਹੈ ਸਦਾ ਵਾਸਤੇ ਛੁੱਟ ਜਾਊਗਾ। ਇਹ ਚੀਜ਼ ਬੜੀ ਗੁਣਕਾਰੀ ਆ, ਔਰ ਖਾਸ ਕਰਕੇ ਸਰੀਰ ਦੇ ਵਿੱਚ ਚੁਸਤੀ ਫੁਰਤੀ ਆ ਜਾਂਦੀ। ਜਿਹੜੀਆਂ ਨਾੜਾਂ ਖਾਸ ਕਰਕੇ ਚਾਹ ਦੇ ਨਾਲ ਖੁਸ਼ਕ ਹੋ ਜਾਂਦੀਆਂ ਹੈ, ਉਹ ਨਾੜਾਂ ਜਿਹੜੀਆਂ ਹਨ ਅੰਦਰੋਂ ਖੁੱਲ੍ਹ ਜਾਂਦੀਆਂ, ਖਾਸ ਕਰਕੇ ਜਿਹੜੀਆਂ ਬਰੀਕ ਨਾੜਾਂ ਹਨ ਮਹਾਂਪੁਰਖ ਕਹਿੰਦੇ ਖੁੱਲ੍ਹ ਜਾਂਦੀਆਂ। ਇਸ ਕਰਕੇ ਇਹ ਕਾੜਾ ਜਿਹੜੇ ਪੀਂਦੇ ਆ ਉਹਨਾਂ ਨੂੰ ਕਹਿੰਦੇ ਬਹੁਤ ਜ਼ਿਆਦਾ ਲਾਭਦਾਇਕ ਹੈ। ਸੋ ਇਹ ਮਹਾਂਪੁਰਖਾਂ ਦੇ ਆਪਣੇ ਜਿਹੜੇ ਆ ਜੋ ਸਮੇਂ-ਸਮੇਂ 'ਤੇ ਬਣਾਏ ਫਾਰਮੂਲੇ ਆ, ਉਹਨਾਂ ਨੇ ਜੋ ਸੰਗਤਾਂ 'ਚ ਸਾਂਝੇ ਕੀਤੇ ਆ, ਉਹਨਾਂ ਦੇ ਵਿੱਚੋਂ ਇਹ ਜਿਹੜਾ ਕਾੜਾ ਪੀਣਾ ਇਹ ਬੜਾ ਲਾਭਦਾਇਕ ਹੈ। ਸੋ ਅੱਗੇ ਮਹਾਂਪੁਰਖਾਂ ਨੇ ਇੱਕ ਸ਼ੂਗਰ ਦਾ ਇਲਾਜ ਦੱਸਿਆ ਹੈਗਾ ਕਿ ਫਰਜ਼ ਕਰੋ ਅਗਰ ਕਿਸੇ ਨੂੰ ਕੋਈ ਸ਼ੂਗਰ ਹੋਵੇ ਤਾਂ ਮਹਾਂਪੁਰਖ ਕਹਿੰਦੇ ਦੇਖੋ ਬੜਾ ਸੌਖਾ ਤਰੀਕਾ ਹੈਗਾ। ਕਹਿੰਦੇ ਇਸ ਤਰ੍ਹਾਂ ਕਰੋ, 2 ਵੱਡੀਆਂ ਭਿੰਡੀਆਂ ਲੈ ਲਓ ਅਤੇ ਨਹੀਂ ਤਾਂ 2 ਛੋਟੀਆਂ ਭਿੰਡੀਆਂ ਲੈ ਲਓ। ਕਹਿੰਦੇ ਇਹ ਭਿੰਡੀਆਂ ਲੈ ਕੇ ਇਹਨਾਂ ਨੂੰ ਕਲਮ ਕਰ ਲਓ, ਕਲਮ ਕਰਕੇ ਰਾਤ ਨੂੰ ਪਾਣੀ ਵਿੱਚ ਭਿਉਂ ਦਿਓ, ਅਤੇ ਜਦੋਂ ਕਹਿੰਦੇ ਸਾਰੀ ਰਾਤ ਉਹ ਭਿੰਡੀਆਂ ਪਾਣੀ 'ਚ ਭਿੱਜੀਆਂ ਰਹਿਣ, ਸਵੇਰੇ ਕਹਿੰਦੇ ਉੱਠ ਕੇ ਨਿਰਣੇ ਕਾਲਜੇ ਅਤੇ ਕਹਿੰਦੇ ਬਿਨਾਂ ਛਿਲਕੇ ਤੋਂ ਬਿਨਾਂ ਬੀਜ ਤੋਂ ਕਹਿੰਦੇ ਇਹਨਾਂ ਭਿੰਡੀਆਂ ਨੂੰ ਫਿਰ ਚੂਸੋ। ਜਦੋਂ ਕਹਿੰਦੇ ਤੁਸੀਂ ਚੂਸੋਗੇ ਹੈ ਨਾ, ਫਿਰ ਤੁਸੀਂ ਕਹਿੰਦੇ ਵੀ ਦੇਖੋਗੇ ਕਿ 1 ਮਹੀਨੇ ਬਾਅਦ ਜਿਹੜੀ ਸ਼ੂਗਰ ਹੈਗੀ ਆ ਉਹ ਜੜ੍ਹ ਤੋਂ ਹੀ ਖਤਮ ਹੋ ਜਾਊਗੀ। ਕਹਿੰਦੇ ਇਹ ਕੰਮ ਕਰਨਾ ਜਿਹੜਾ ਹੈਗਾ ਇਹ ਬਹੁਤ ਜ਼ਿਆਦਾ ਲਾਭਦਾਇਕ ਹੈ। ਦੇਖੋ ਭਿੰਡੀਆਂ ਤਾਂ ਘਰਾਂ ਦੇ ਵਿੱਚ ਆਮ ਹੀ ਮਿਲ ਜਾਂਦੀਆਂ, ਅਤੇ ਇਸ ਕਰਕੇ ਇਹ ਜਿਹੜੇ ਆਦਮੀ ਇਹਦਾ ਸਤ ਉਪਯੋਗ ਕਰਦੇ ਆ ਉਹਨਾਂ ਵਾਸਤੇ ਇਹ ਚੀਜ਼ਾਂ ਬੜੀਆਂ ਲਾਭਦਾਇਕ ਆ, ਬੜੀਆਂ ਗੁਣਕਾਰੀ ਹੈਗੀਆਂ, ਅਤੇ ਸ਼ੂਗਰ ਦਾ ਇਲਾਜ ਵੀ ਬੜੇ ਸੌਖੇ ਢੰਗ ਤਰੀਕੇ ਨਾਲ ਹੋ ਜਾਂਦਾ। ਸੋ ਅੱਗੇ ਹੈ ਨਾ ਮਹਾਂਪੁਰਖਾਂ ਨੇ ਇੱਕ ਕੈਂਸਰ ਦਾ ਇਲਾਜ ਦੱਸਿਆ ਹੈਗਾ। ਇਸ ਕੈਂਸਰ ਦੇ ਇਲਾਜ ਦੇ ਵਿੱਚ ਮਹਾਂਪੁਰਖਾਂ ਨੇ ਦੱਸਿਆ ਹੈ ਕਿ ਦੇਸੀ ਗਾਂ ਦਾ ਦਹੀਂ, ਦੇਸੀ ਗਾਂ ਜਿਹੜੀ ਢੁੱਠ ਵਾਲੀ ਹੋਵੇ ਕਹਿੰਦੇ ਉਹਦਾ ਦਹੀਂ ਲੈ ਲਓ, ਦਹੀਂ ਲੈ ਕੇ ਵਿੱਚ ਹੈ ਨਾ ਕਹਿੰਦੇ ਵੀ ਥੋੜ੍ਹਾ ਤੁਲਸੀ ਦਲ ਉਹਦੇ ਵਿੱਚ ਪਾਉਣਾ, ਮਹਾਂਪੁਰਖਾਂ ਨੇ ਕਿਹਾ ਉਸ ਦਹੀਂ ਦੇ ਵਿੱਚ, ਅਤੇ ਉਸ ਤੋਂ ਬਾਅਦ ਫਿਰ ਕਾਲੀ ਮਿਰਚ ਪਾਉਣੀ ਆ। ਇਸ ਤਰ੍ਹਾਂ ਕਹਿੰਦੇ ਵੀ ਉਸ ਦਹੀਂ ਦੇ ਵਿੱਚ ਤੁਲਸੀ ਦਲ ਜਿਹੜੇ ਪੱਤੇ ਹੁੰਦੇ ਆ ਵਿੱਚ ਉਹ ਪਾ ਲਓ ਤਾਂ ਕਾਲੀ ਮਿਰਚ ਪਾ ਲਓ, ਇਹਦਾ ਕਹਿੰਦੇ ਸੇਵਨ ਕਰੋ। ਜਦ ਤੁਸੀਂ ਕਹਿੰਦੇ ਸੇਵਨ ਕਰੋਗੇ ਜਿਹੜੀ ਕੈਂਸਰ ਵਾ ਹੈ ਨਾ ਕਹਿੰਦੇ ਬਹੁਤ ਸ਼ੀਘਰ ਇਹ ਤੋਂ ਆਰਾਮ ਮਿਲਦਾ ਹੈਗਾ। ਦੇਖੋ ਇਹ ਜਿਹੜੇ ਬਹੁਤ ਉੱਚ ਕੋਟੀ ਦੇ ਮਹਾਂਪੁਰਖ ਆ ਨਾ, ਉਹਨਾਂ ਦਾ ਇਹ ਫਾਰਮੂਲਾ ਜਿਹੜਾ ਉਹਨਾਂ ਨੇ ਇਸ ਦੁਨੀਆ ਦੀ ਭਲਾਈ ਦੇ ਵਾਸਤੇ ਸੰਗਤ ਦੇ ਵਿੱਚ ਸਾਂਝਾ ਕੀਤਾ ਸੀਗਾ। ਸੋ ਦੇਖੋ ਦੇਸੀ ਗਾਂ ਜਿਹੜੀ ਢੁੱਠ ਵਾਲੀ ਆ ਉਹਦਾ ਵੀ ਦਹੀਂ ਜਿਹੜਾ ਪ੍ਰਾਪਤ ਹੋ ਜਾਂਦਾ, ਤੁਲਸੀ ਦਲ ਦੇ ਪੱਤੇ ਵੀ ਜਿਹੜੇ ਆ ਮਿਲ ਜਾਂਦੇ ਆ, ਅਤੇ ਉਸ ਤੋਂ ਬਾਅਦ ਥੋੜ੍ਹੀ ਕਾਲੀ ਮਿਰਚ ਪਾ ਲਓ। ਆਪਣੇ ਹਿਸਾਬ ਨਾਲ ਕਹਿੰਦੇ ਸੇਵਨ ਕਰਕੇ ਦੇਖੋ, ਜਦੋਂ ਕਹਿੰਦੇ ਛਕੋਗੇ ਤਾਂ ਕੈਂਸਰ ਵਾਲੇ ਮਰੀਜ਼ਾਂ ਨੂੰ ਬਹੁਤ ਜ਼ਿਆਦਾ ਇਹਦੇ ਵਿੱਚ ਲਾਭ ਮਿਲੂਗਾ। ਸੋ ਅੱਗੇ ਮਹਾਂਪੁਰਖਾਂ ਨੇ ਦੱਸਿਆ ਸੀਗਾ ਕਿ ਇੱਕ ਹੈ ਨਾ ਦਿਮਾਗੀ ਪਰੇਸ਼ਾਨੀ ਹੁੰਦੀ ਹੈ, ਕਿਉਂਕਿ ਦੇਖੋ ਸਮਾਂ ਬੜੀ ਰਫਤਾਰ ਨਾਲ ਜਾਣਦਾ, ਹਰੇਕ ਨੂੰ ਕੋਈ ਨਾ ਕੋਈ ਦਿਮਾਗੀ ਪਰੇਸ਼ਾਨੀ ਚਿੰਤਾ ਹੋ ਜਾਂਦੀ ਆ। ਜਾਂ ਆਮ ਆਪਾਂ ਦੇਖ ਲੈਂਦੇ ਕਿ ਖਾਸ ਕਰਕੇ ਜਦੋਂ ਅਸੀਂ ਆਪਣੇ ਝਮੇਲਿਆਂ ਦੇ ਵਿੱਚ ਇੰਨੇ ਰੁੱਝ ਜਾਂਦੇ ਹਾਂ ਕਿ ਕਈ ਵਾਰੀ ਸਾਨੂੰ ਬਹੁਤ ਸਾਰੇ ਕੰਮਾਂ ਦੀਆਂ ਟੈਨਸ਼ਨਾਂ ਹੋ ਜਾਂਦੀਆਂ, ਇਸ ਕਰਕੇ ਦਿਮਾਗ ਦੇ ਵਿੱਚ ਜ਼ਿਆਦਾ ਪਰੇਸ਼ਾਨੀ ਹੋ ਜਾਂਦੀ, BP ਹਾਈ ਹੋ ਜਾਂਦਾ। ਸੋ ਮਹਾਂਪੁਰਖ ਕਹਿੰਦੇ ਆ ਇਹਦਾ ਇਲਾਜ ਬੜਾ ਸੌਖਾ ਹੈਗਾ। ਉਹ ਕੀ ਆ ਕਹਿੰਦੇ ਇਸ ਤਰ੍ਹਾਂ ਨਾ ਜਿਹੜੀ ਦੇਸੀ ਗਾਂ ਢੁੱਠ ਵਾਲੀ ਆ ਕਹਿੰਦੇ ਉਹਦਾ ਦੇਸੀ ਘਿਓ ਜੇ ਕਹਿੰਦੇ ਇਹ ਮਿਲ ਜਾਵੇ ਤਾਂ ਬਹੁਤ ਵਧੀਆ ਹੈ, ਜੇ ਇਹ ਨਹੀਂ ਤਾਂ ਕਹਿੰਦੇ ਫਿਰ ਬਦਾਮ ਰੋਗਣ, ਇਹਨਾਂ 2 ਚੀਜ਼ਾਂ ਨੂੰ ਕਹਿੰਦੇ ਤੁਸੀਂ ਰੱਖ ਲਓ ਘਰ ਦੇ ਵਿੱਚ। ਉਸ ਤੋਂ ਬਾਅਦ ਅਗਰ ਕਿਸੇ ਟਾਈਮ ਕੋਈ ਦਿਮਾਗੀ ਪਰੇਸ਼ਾਨੀ ਜਾਂ ਸਿਰ ਭਾਰਾ ਹੈਗਾ ਅਤੇ ਫਿਰ ਕਹਿੰਦੇ ਫਿਰ ਜਾਂ ਤਾਂ ਉਸ ਦੇਸੀ ਘਿਓ ਦੀ ਇੱਕ ਜਿਹੜੀ ਉਂਗਲ ਹੈਗੀ ਆਪਣੀ ਉਹ ਘੇ ਦੇ ਨਾਲ ਉਂਗਲ ਨੂੰ ਕਹਿੰਦੇ ਚੰਗੀ ਤਰ੍ਹਾਂ ਜਿਹੜਾ ਹੈਗਾ ਉਹ ਲਵੇੜ ਕੇ ਕਹਿੰਦੇ ਰੋਜ਼ ਰਾਤ ਨੂੰ ਸੌਣ ਲੱਗੇ ਆਪਣੀਆਂ ਦੋਨਾਂ ਨਾਸਕਾਂ ਵਿੱਚ ਲਾ ਲਓ, ਅਤੇ ਕਹਿੰਦੇ ਜਦੋਂ ਨਾਸਕਾਂ 'ਚ ਲਾਉਂਗੇ ਅਤੇ ਜਦ ਤੁਸੀਂ ਸਵੇਰੇ ਉੱਠੋਗੇ ਤੁਹਾਡਾ ਦਿਮਾਗ ਬੜਾ ਤਾਜ਼ੋ ਤਰ ਹੋਊਗਾ। ਜੇ ਕਹਿੰਦੇ ਵੀ ਦੇਸੀ ਗਾਂ ਦਾ ਘਿਓ ਨਹੀਂ ਮਿਲਦਾ ਤਾਂ ਫਿਰ ਤੁਸੀਂ ਬਦਾਮ ਰੋਗਣ ਲੈ ਲਓ, ਰਾਤ ਨੂੰ ਸੌਣ ਲੱਗੇ ਦੋਨਾਂ ਨਾਸਕਾਂ ਦੇ ਵਿੱਚ ਕਹਿੰਦੇ ਆਪਣੀ ਉਂਗਲ ਨਾਲੋਂ ਬਦਾਮ ਰੋਗਣ ਦਾ ਜਿਹੜਾ ਤੇਲ ਆ ਕਹਿੰਦੇ ਉਹ ਲਾ ਦਿਓ। ਜਦੋਂ ਕਹਿੰਦੇ ਉਹ ਲਾਉਂਗੇ ਸਵੇਰੇ ਕਹਿੰਦੇ ਤੁਸੀਂ ਦੇਖੋਗੇ ਕਿ ਜਦੋਂ ਅਸੀਂ ਸਵਾਸ ਲੈਂਦੇ ਹਾਂ ਨਾ, ਸਵਾਸਾਂ ਦੇ ਨਾਲ ਇਹਦਾ ਜਿਹੜਾ ਪ੍ਰਭਾਵ ਆ ਸਾਡੇ ਦਿਮਾਗ ਦੇ ਵਿੱਚ ਜਾਂਦਾ ਹੈਗਾ, ਅਤੇ ਦਿਮਾਗ ਦੇ ਵਿੱਚ ਜਿਹੜੀ ਪਰੇਸ਼ਾਨੀ ਆ ਜਿਹੜਾ ਭਾਰਾਪਨ ਆ ਉਹ ਸੁਬਾਹ ਉੱਠਦੇ ਸਾਰੀ ਬੜਾ ਹਲਕਾ ਹੋ ਜਾਂਦਾ, ਅਤੇ ਦਿਮਾਗ ਜਿਹੜਾ ਬੜਾ ਤਾਜ਼ੋ ਤਰ ਹੋ ਜਾਂਦਾ। ਇਹ ਮਹਾਂਪੁਰਖਾਂ ਨੇ ਬੜੇ ਸੁੰਦਰ ਫਾਰਮੂਲੇ ਬਣਾਏ ਆ।
ਸੋ ਅੱਗੇ ਮਹਾਂਪੁਰਖਾਂ ਨੇ ਜਿਹੜੇ ਤੇਲ ਹੈਗਾ, ਤੇਲ ਦੀ ਬੜੀ ਮਹਿਮਾ ਦੱਸੀ ਆ, ਔਰ ਖਾਸ ਕਰਕੇ ਤੇਲ ਧੁੰਨੀ 'ਤੇ ਲਾਉਣ ਦੇ ਨਾਲ ਮਹਾਂਪੁਰਖ ਦੱਸਦੇ ਆ ਕਿ ਅਗਰ ਕਿਸੇ ਦੇ ਪਾਸ ਮਰਿੰਡੀ ਦਾ ਤੇਲ ਹੈਗਾ, ਕਹਿੰਦੇ ਅਗਰ ਇਹ ਮਰਿੰਡੀ ਦੇ ਤੇਲ ਨੂੰ ਰੋਜ਼ ਧੁੰਨੀ 'ਤੇ ਲਾਉਂਗੇ ਤਾਂ ਉਹਦੇ ਜਿਹੜੇ ਗੋਡਿਆਂ ਦਾ ਦਰਦ ਹੈਗਾ ਉਹ ਕਹਿੰਦੇ ਠੀਕ ਹੋ ਜਾਂਦਾ। ਸੋ ਅਗਲਾ ਜਿਹੜਾ ਮਹਾਂਪੁਰਖਾਂ ਨੇ ਦੱਸਿਆ ਹੈਗਾ ਕਿ ਇੱਕ ਸਵਿੰਗ ਦਾ ਤੇਲ ਹੁੰਦਾ, ਉਹ ਕਹਿੰਦੇ ਅਗਰ ਕਿਸੇ ਦੇ ਦਾੜ੍ਹ ਜਾਂ ਦਾੜ੍ਹਾਂ ਦੁਖਦੇ ਰਹਿਣ ਤਾਂ ਧੁੰਨੀ 'ਤੇ ਲਾ ਕੇ ਸੌਂ ਜਾਓ। ਕਹਿੰਦੇ ਤੁਸੀਂ ਧੁੰਨੀ 'ਤੇ ਲਾ ਕੇ ਤੁਸੀਂ ਸੌਂਗੇ ਉਹਦੇ ਨਾਲ ਜਿਹੜੇ ਦੰਦਾਂ ਅਤੇ ਦਾੜ੍ਹਾਂ ਦੇ ਅੰਦਰ ਪੀੜ ਹੋ ਜਾਂਦੀ ਆ, ਉਹ ਤੋਂ ਬਹੁਤ ਜ਼ਿਆਦਾ ਕਹਿੰਦੇ ਲਾਭ ਮਿਲ ਜਾਂਦਾ ਹੈ। ਸੋ ਅੱਗੇ ਮਹਾਂਪੁਰਖਾਂ ਨੇ ਦੱਸਿਆ ਹੈਗਾ ਕਿ ਦੇਖੋ ਕਈਆਂ ਦੇ ਚਿਹਰੇ 'ਤੇ ਬੜੇ ਡੱਬ ਪੈ ਜਾਂਦੇ ਆ, ਖਾਸ ਕਰਕੇ ਬੀਬੀਆਂ ਦੇ ਅੰਦਰ ਇਹ ਜਿਹੜੀ ਘਾਟ ਹੈਗੀ ਆ, ਇਹ ਕਈ ਤੱਤਾਂ ਦੇ ਕਰਕੇ ਜਿਹੜੀ ਆ ਉਹ ਆਮ ਹੋ ਜਾਂਦੀ ਹੈ। ਇਸ ਕਰਕੇ ਕਹਿੰਦੇ ਅਗਰ ਚਿਹਰੇ 'ਤੇ ਡੱਬ ਦੂਰ ਕਰਨੇ ਆ ਤਾਂ ਮਹਾਂਪੁਰਖ ਆਖਦੇ ਆ ਕਿ ਨਿੰਬੂ ਦਾ ਤੇਲ, ਇਹ ਜਿਹੜਾ ਨਿੰਬੂ ਦਾ ਤੇਲ ਹੈ, ਇਹਨੂੰ ਧੁੰਨੀ 'ਤੇ ਲਾ ਕੇ ਕਹਿੰਦੇ ਤੁਸੀਂ ਰਾਤ ਨੂੰ ਸੌਂ ਜਾਓ, ਤੁਸੀਂ ਦੇਖੋਗੇ ਚਿਹਰਾ ਤੁਹਾਡਾ ਜਿਹੜਾ ਉਹਦੇ ਵਿੱਚ ਬਹੁਤ ਵੱਡਾ ਪਰਿਵਰਤਨ ਆ ਜਾਂਦਾ, ਡੱਬ ਆਪਣੇ ਆਪ ਸਾਫ਼ ਹੋਣੇ ਸ਼ੁਰੂ ਹੋ ਜਾਂਦੇ ਆ। ਸੋ ਅੱਗੇ ਫਿਰ ਮਹਾਂਪੁਰਖ ਨੇ ਜਿਹੜੀ ਸੀ ਇਹਨੂੰ ਪੇਟ ਗੈਸ ਬਾਰੇ ਦੱਸਿਆ ਸੀਗਾ। ਉਹਦੇ ਵਿੱਚ ਮਹਾਂਪੁਰਖ ਨੇ ਦੱਸਿਆ ਸੀਗਾ ਕਿ ਅਗਰ ਕਿਸੇ ਦੇ ਅੰਦਰ ਗੈਸ, ਪੇਟ ਗੈਸ ਜ਼ਿਆਦਾ ਬਣਦੀ ਆ ਤੇ ਕਹਿੰਦੇ ਫਿਰ ਧੁੰਨੀ ਦੇ ਉੱਤੇ ਜੈਤੂਨ ਦਾ ਤੇਲ ਲਾਵੋ। ਜੈਤੂਨ ਦੇ ਤੇਲ ਦੇ ਨਾਲ ਇਹ ਜਿਹੜੀ ਸਮੱਸਿਆ ਹੈਗੀ ਆ, ਇਹ ਵੀ ਕਹਿੰਦੇ ਆਪਣੇ ਆਪ ਕੰਟਰੋਲ ਦੇ ਵਿੱਚ ਆ ਜਾਂਦੀ ਆ। ਸੋ ਕਹਿਣ ਤੋਂ ਭਾਵ ਇਹ ਆ ਕਿ ਦੇਖੋ ਧੁੰਨੀ ਇੱਕ ਐਸਾ ਸਰੀਰ ਦਾ ਪੁਰਜਾ ਹੈਗਾ ਜਿਹਦੇ ਉੱਤੇ ਇਹ ਜਿਹੜੇ ਤੇਲ ਆ ਵੱਖ-ਵੱਖ ਲਾਉਣ ਨਾਲ ਇਹਦੇ ਬੜੇ ਹੀ ਚਮਤਕਾਰੀ ਫਾਇਦੇ ਹੁੰਦੇ ਆ। ਅਤੇ ਜਦੋਂ ਕਹਿੰਦੇ ਆਦਮੀ ਇਹ ਚੀਜ਼ਾਂ ਵਰਤਦਾ ਫਿਰ ਉਹਨੂੰ ਪਤਾ ਲੱਗਦਾ ਹੈਗਾ ਕਿ ਅਸਲ ਦੇ ਵਿੱਚ ਧੁੰਨੀ ਜਿਹੜੀ ਆ ਉਹ ਮੇਨ ਜੜ੍ਹ ਹੈਗੀ ਆ ਜਿਸ ਤੋਂ ਹਰੇਕ ਚੀਜ਼ ਆਮ ਕੰਟਰੋਲ ਹੋ ਜਾਂਦੀ ਆ। ਸੋ ਅੱਗੇ ਮਹਾਂਪੁਰਖਾਂ ਨੇ ਬੜਾ ਸੁੰਦਰ ਇੱਕ ਫਾਰਮੂਲਾ ਦਿਮਾਗੀ ਕਮਜ਼ੋਰੀ ਦਾ ਦੱਸਿਆ। ਉਹਦੇ ਵਿੱਚ ਮਹਾਂਪੁਰਖਾਂ ਨੇ ਇਹ ਦੱਸਿਆ ਹੈਗਾ ਕਿ ਅਸੀਂ ਇੱਕ ਕਹਿੰਦੇ ਅਮਰੀਕਾ ਦਾ ਕੋਈ ਸਾਇੰਟਿਸਟ ਹੋਇਆ, ਉਹਨੇ ਕਹਿੰਦੇ ਆਪਣੀ 20 ਸਾਲ ਦੀ ਖੋਜ ਲਗਾਤਾਰ ਕੀਤੀ ਆ। ਉਸ ਖੋਜ ਦੇ ਵਿੱਚ ਉਹਨੇ ਜਿਹੜਾ ਦਿਮਾਗੀ ਕਮਜ਼ੋਰੀ ਦਾ ਇਲਾਜ ਕੱਢਿਆ ਹੈਗਾ, ਉਹਦੇ ਵਿੱਚ ਉਹਨੇ ਕੱਢਿਆ ਹੈਗਾ ਕਿ ਦਿਮਾਗੀ ਕਮਜ਼ੋਰੀ ਅਗਰ ਜ਼ਿਆਦਾ ਹੈਗੀ ਆ ਤਾਂ ਫਿਰ ਕਹਿੰਦੇ ਇਸ ਨੂੰ ਦੂਰ ਕਰਨ ਦਾ ਇੱਕ ਬੜਾ ਸੁੰਦਰ ਭਾਵ ਹੈ, ਉਹ ਹੈ ਅਖਰੋਟ। ਕਹਿੰਦੇ ਦੇਖੋ ਅਖਰੋਟ ਨੂੰ ਕੱਢ ਕੇ ਕਹਿੰਦੇ ਪਾਣੀ ਦੇ ਵਿੱਚ ਭਿਉਂ ਦਿਓ। ਜਦੋਂ ਕਹਿੰਦੇ ਅਖਰੋਟ ਜਿਹੜਾ ਕੱਢ ਕੇ ਪਾਣੀ ਵਿੱਚ ਭਿਉਂਤਾ ਹੈਗਾ ਅਤੇ ਪਾਣੀ ਵਿੱਚ ਭਿਉਣ ਤੋਂ ਬਾਅਦ 3-4 ਬਦਾਮ ਜਿਹੜੇ ਉਹ ਵੀ ਨਾਲ ਪਾ ਦਿਓ। ਜਦੋਂ ਕਹਿੰਦੇ ਤੁਸੀਂ 3-4 ਬਦਾਮ ਅਤੇ ਪਾਣੀ ਵਿੱਚ ਭਿਉਂ ਕੇ ਥੋੜ੍ਹਾ ਅਖਰੋਟ ਰੋਜ਼ ਸਵੇਰੇ ਉੱਠ ਕੇ ਜਦ ਇਹਦਾ ਸੇਵਨ ਕਰੋਗੇ ਅਤੇ ਫਿਰ ਕਹਿੰਦੇ ਵੀ ਇਹ ਜਿਹੜੀ ਦਿਮਾਗੀ ਕਮਜ਼ੋਰੀ ਹੈ ਬੜੀ ਸ਼ੀਘਰ ਦੂਰ ਹੁੰਦੀ ਆ। ਤੋ ਦੇਖੋ ਕੁਦਰਤ ਵੱਲੋਂ ਅਖਰੋਟ ਦੀ ਬਣਾਵਟ ਵੀ ਉਸ ਅਕਾਲ ਪੁਰਖ ਨੇ ਇਸ ਢੰਗ ਦੀ ਬਣਾਈ ਆ ਕਿ ਜਿਵੇਂ ਸਾਡਾ ਸਿਰ ਦੀ ਖੋਪੜੀ ਆ, ਇਸ ਤਰ੍ਹਾਂ ਜਿਹੜੀ ਅਖਰੋਟ ਆ ਇਹਦੇ ਉੱਪਰ ਛਿੱਲਤ ਹੁੰਦੀ ਆ ਅਤੇ ਇਸ ਦਾ ਜਿਹੜਾ ਸਿੱਧਾ ਪ੍ਰਭਾਵ ਹੈਗਾ ਉਹ ਸਿੱਧਾ ਮਨੁੱਖੀ ਦਿਮਾਗ ਦੇ ਨਾਲ ਜੁੜਦਾ ਹੈਗਾ। ਸੋ ਇਹ ਬੜੀ ਸੁੰਦਰ ਖੋਜ ਹੈਗੀ ਆ ਜਿਹੜੀ 20 ਸਾਲਾਂ ਬਾਅਦ ਇੱਕ ਅਮਰੀਕੀ ਸਾਇੰਟਿਸਟ ਨੇ ਮਹਾਂਪੁਰਖਾਂ ਨੂੰ ਦੱਸੀ ਸੀ। ਅਤੇ ਸਾਨੂੰ ਖਾਸ ਕਰਕੇ ਆਪਣੇ ਬੱਚਿਆਂ ਦੀਆਂ ਦਿਮਾਗੀ ਕਮਜ਼ੋਰੀਆਂ ਦੂਰ ਕਰਨ ਵਾਸਤੇ ਘਰ ਦੇ ਵਿੱਚ ਥੋੜ੍ਹਾ ਜਿਹੜਾ ਅਖਰੋਟ ਲਿਆ ਕੇ ਥੋੜ੍ਹੇ ਜਿਹੇ ਰਾਤ ਨੂੰ ਭੇ ਲੈ, ਅਤੇ ਜਦੋਂ 1-2 ਜਿਹੜੇ ਲਿਆ ਕੇ ਛੋਟੇ ਜਿਹੇ ਟੁਕੜੇ ਪਾਣੀ 'ਚ ਪਾ ਕੇ ਨਾਲ 2-3 ਬਦਾਮ ਵਿੱਚ ਪਾਣੀ 'ਚ ਭਿਉਂ ਲਓ। ਸਵੇਰੇ ਜਿਹੜਾ ਉੱਠਦੇ ਸਾਰ ਹੀ ਬੱਚਿਆਂ ਨੂੰ ਜਦ ਇਹ ਭਿਓਤੇ ਹੋਈ ਚੀਜ਼ਾਂ ਅਸੀਂ ਖਿਲਾਵਾਂਗੇ ਫਿਰ ਅਸੀਂ ਦੇਖਾਂਗੇ ਉਹਨਾਂ ਦੀ ਜਿਹੜੀ ਦਿਮਾਗੀ ਕਮਜ਼ੋਰੀ ਆ ਉਹ ਬਹੁਤ ਛੇਤੀ ਦੂਰ ਹੋ ਜੂਗੀ ਅਤੇ ਦਿਮਾਗ ਬੜਾ ਹਲਕਾ ਹੋ ਜੂਗਾ। ਬੜੀ ਇਹਦੇ ਵਿੱਚ ਜਿਹੜੀ ਸੋਚਣ ਦੀ ਜਾਂ ਕਿਸੇ ਚੀਜ਼ ਨੂੰ ਕੈਚ ਕਰਨ ਦੀ ਸਮਰੱਥਾ ਹੈਗੀ ਆ, ਦਿਮਾਗ ਦੀ ਯਾਦ ਸ਼ਕਤੀ ਉਹ ਬਹੁਤ ਹੀ ਜ਼ਿਆਦਾ ਵਧੂਗੀ। ਸੋ ਅਗਲਾ ਜਿਹੜਾ ਮਹਾਂਪੁਰਖਾਂ ਨੇ ਇੱਕ ਫਾਰਮੂਲਾ ਕੱਢਿਆ ਉਹ ਹੈਗਾ ਗਲੇ ਦਾ ਪੱਕ ਜਾਣਾ। ਦੇਖੋ ਆਮ ਹਾਲਤਾਂ 'ਚ ਅਸੀਂ ਦੇਖਦੇ ਹਾਂ ਕਿ ਗਲੇ ਦੀਆਂ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਹੈਗੀਆਂ ਉਹ ਆਮ ਕਰਕੇ ਕਈਆਂ ਆਦਮੀਆਂ ਦੇ ਵਿੱਚ ਪਾਈਆਂ ਜਾਂਦੀਆਂ। ਸੋ ਇਹ ਗਲੇ ਦਾ ਜਿਹੜਾ ਰੋਗ ਆ ਇਸ ਨੂੰ ਕਹਿੰਦੇ ਦੂਰ ਕਰਨ ਵਾਸਤੇ ਮਹਾਂਪੁਰਖਾਂ ਨੇ ਬੜਾ ਸੁੰਦਰ ਇੱਕ ਤਰੀਕਾ ਫਾਰਮੂਲਾ ਦੱਸਿਆ। ਉਹਦੇ ਵਿੱਚ ਮਹਾਂਪੁਰਖਾਂ ਨੇ ਦੱਸਿਆ ਹੈਗਾ ਕਿ ਰਾਤ ਨੂੰ 1 ਗਲਾਸ ਗਰਮ ਦੁੱਧ ਦਾ ਕਰ ਲਓ। ਜਦੋਂ ਕਹਿੰਦੇ ਵੀ ਰਾਤ ਨੂੰ 1 ਗਲਾਸ ਗਰਮ ਦੁੱਧ ਦਾ ਕਰਕੇ ਉਹਦੇ ਵਿੱਚ ਅੱਧਾ ਚਮਚਾ ਹਲਦੀ ਦਾ ਪਾ ਲਓ ਅਤੇ ਜਦੋਂ ਕਹਿੰਦੇ ਵੀ ਅੱਧਾ ਚਮਚਾ ਹਲਦੀ ਦਾ ਪਾ ਕੇ ਉਹਨੂੰ ਘੋਲ ਲਓ। ਉਸ ਤੋਂ ਬਾਅਦ ਜਦ ਕਹਿੰਦੇ ਪੀਣ ਯੋਗ ਹੋ ਜਾਵੇ ਉਹਦੇ ਵਿੱਚ 1 ਚਮਚਾ ਸ਼ਹਿਦ ਦਾ ਪਾ ਲਓ। ਇਸ ਤਰ੍ਹਾਂ ਕਹਿੰਦੇ ਵੀ ਹਲਦੀ ਅਤੇ ਸ਼ਹਿਦ ਦੇ ਚਮਚੇ ਦਾ ਮਿਸ਼ਰਣ ਉਸ ਗਰਮ ਗਲਾਸ ਦੇ ਦੁੱਧ ਦੇ ਵਿੱਚ ਕਹਿੰਦੇ ਤੁਸੀਂ ਐਨ ਚੰਗੀ ਤਰ੍ਹਾਂ ਮਿਲਾ ਕੇ ਜਦੋਂ ਪੀਣ ਯੋਗ ਹੋਊਗਾ ਉਸ ਤੋਂ ਬਾਅਦ ਕਹਿੰਦੇ ਵੀ ਤੁਸੀਂ ਇਹਦਾ ਸੇਵਨ ਕਰੋ। ਜਦੋਂ ਕਹਿੰਦੇ ਤੁਸੀਂ ਸੇਵਨ ਕਰੋਗੇ ਰਾਤ ਨੂੰ ਪੀ ਕੇ ਸੌਂ ਜਾਓ, ਤੁਸੀਂ ਦੇਖੋਗੇ 5 ਦਿਨਾਂ ਦੇ ਬਾਅਦ ਇਹ ਜਿਹੜਾ ਗਲਾ ਪੱਕ ਜਾਂਦਾ ਹੈਗਾ। ਇਸ ਤੋਂ ਬੜਾ ਸ਼ੀਘਰ ਛੁਟਕਾਰਾ ਮਿਲ ਜਾਂਦਾ, ਬਹੁਤ ਜਲਦੀ ਆਰਾਮ ਆ ਜਾਂਦਾ ਹੈਗਾ। ਦੇਖੋ ਘਰਾਂ 'ਚ ਦੁੱਧ ਤਾਂ ਹੁੰਦਾ ਹੀ ਆ, ਉਹ ਤੋਂ ਬਾਅਦ ਥੋੜ੍ਹੀ ਜਿਹੀ ਵਿੱਚ ਹਲਦੀ ਜਿਹੜੀ ਆ ਜਦ ਗਰਮ ਕਰਨ ਤੋਂ ਬਾਅਦ ਵੀ ਥੋੜ੍ਹੀ ਹਲਦੀ ਪਾ ਲਓ, ਚਮਚੇ ਦੇ ਨਾਲ ਚੰਗੀ ਤਰ੍ਹਾਂ ਘੋਲ ਲਓ।
ਘੋਲਣ ਤੋਂ ਬਾਅਦ ਉਹ ਤੋਂ ਬਾਅਦ ਫਿਰ ਜਿਹੜਾ 1 ਚਮਚਾ ਵਿੱਚ ਸ਼ਹਿਦ ਦਾ ਪਾ ਲਓ। ਜਦ ਸ਼ਹਿਦ ਦਾ ਚਮਚਾ ਪਾ ਲਿਆ ਅਤੇ ਉਸ ਤੋਂ ਬਾਅਦ ਜਦੋਂ ਪੀਣ ਯੋਗ ਹੋ ਗਿਆ ਰਾਤ ਨੂੰ ਪੀ ਕੇ ਆਰਾਮ ਨਾਲ ਸੌਂ ਜਾਓ। ਇਸ ਤਰ੍ਹਾਂ 5 ਦਿਨ ਸੇਵਨ ਕਰਨ ਦੇ ਨਾਲ ਗਲਾ ਜਿਹੜਾ ਪੱਕਿਆ ਹੈ ਉਹ ਤੋਂ ਬੜੇ ਸ਼ੀਘਰ ਆਰਾਮ ਮਿਲ ਜਾਂਦਾ। ਸੋ ਇੱਕ ਹੈ ਨਾ ਮਹਾਂਪੁਰਖਾਂ ਨੇ ਦੱਸਿਆ ਹੈਗਾ ਕਿ ਕਿਸੇ ਦੀ ਵੈਸੇ ਨਜ਼ਰ ਕਮਜ਼ੋਰ ਵਾ, ਉਸ ਕਮਜ਼ੋਰ ਜ਼ਿਆਦਾ ਅਗਰ ਕਮਜ਼ੋਰ ਹੈ ਤਾਂ ਉਹਦੇ ਵਾਸਤੇ ਇੱਕ ਮਹਾਂਪੁਰਖ ਨੇ ਬੜਾ ਸੁੰਦਰ ਮਿਸ਼ਰਣ ਦੱਸਿਆ। ਉਹਦੇ ਵਿੱਚ ਮਹਾਂਪੁਰਖ ਨੇ ਦੱਸਿਆ ਹੈਗਾ ਕਿ 200 ਗ੍ਰਾਮ ਹਨ 4 ਚੀਜ਼ਾਂ ਲੈਣੀਆਂ। ਉਹਦੇ ਵਿੱਚੋਂ ਬਦਾਮ ਕਹਿੰਦੇ 200 ਗ੍ਰਾਮ ਲੈ ਲਓ, ਮਿਸ਼ਰੀ 200 ਗ੍ਰਾਮ ਲੈ ਲਓ, ਅਖਰੋਟ ਵੀ 200 ਗ੍ਰਾਮ ਲੈ ਲਓ ਅਤੇ ਨਾਲ ਖਸਖਸ। ਇਹ 4 ਚੀਜ਼ਾਂ ਕਹਿੰਦੇ ਵੀ 200 ਗ੍ਰਾਮ ਲੈ ਲਓ। ਇਹਦਾ ਮਤਲਬ ਕੀ ਆ ਕਿ ਇਹ ਸਾਰੀਆਂ ਚੀਜ਼ਾਂ ਮਿਲਾ ਕੇ 800 ਗ੍ਰਾਮ ਬਣ ਜਾਂਦੀਆਂ। ਉਸ ਤੋਂ ਬਾਅਦ ਕਹਿੰਦੇ ਵੀ ਇਹਦੇ ਵਿੱਚ ਜਾਣੀ ਧਨੀਆ ਜਿਹੜਾ ਹੈ ਨਾ 50 ਗ੍ਰਾਮ ਪਾ ਲਓ, ਮਿੱਠੀ ਸੌਂਫ 100 ਗ੍ਰਾਮ ਪਾ ਲਓ, ਛੋਟੀ ਇਲਾਇਚੀ ਜਿਹੜੀ ਉਹ 5 ਗ੍ਰਾਮ ਅਤੇ ਧਮੋੜੀ ਮਿਰਚ ਇਹ ਕਹਿੰਦੇ 50 ਗ੍ਰਾਮ ਪਾ ਲਓ। ਇਸ ਸਾਰੇ ਦਾ ਇੱਕ ਮਿਸ਼ਰਣ ਇੱਕ ਪਾਊਡਰ ਬਣਾ ਲਓ। ਜਦੋਂ ਕਹਿੰਦੇ ਪਾਊਡਰ ਬਣਾਓਗੇ ਤਾਂ ਖਾਸ ਕਰਕੇ ਜਿਹੜੇ ਤਾਂ ਜਵਾਨ ਹੈਗੇ ਜਿਨ੍ਹਾਂ ਦੀ ਨਜ਼ਰ ਕਮਜ਼ੋਰ ਆ ਜਾਂ ਥੋੜ੍ਹੇ ਜਿਹੇ ਅਧਖੜ ਉਮਰ ਦੇ ਆ ਉਹ ਸਵੇਰੇ 1 ਚਮਚਾ ਲੈਣ। ਅਤੇ ਖਾਸ ਕਰਕੇ ਅਗਰ ਬੱਚਿਆਂ ਦੀ ਇਹ ਉਮਰ ਦੇ ਹਿਸਾਬ ਦੇ ਨਾਲ ਉਹਨਾਂ ਦੀ ਨਜ਼ਰ ਕਮਜ਼ੋਰ ਆ ਉਹ ਘੱਟੋ ਘੱਟ ਹੈ ਨਾ ਅੱਧਾ ਚਮਚੇ ਦਾ ਸੇਵਨ ਕਰਨ। ਜਦੋਂ ਕਹਿੰਦੇ ਇਸ ਤਰ੍ਹਾਂ ਇਸ ਮਿਸ਼ਰਣ ਦਾ ਸੇਵਨ ਕਰੋਗੇ ਅਤੇ ਤੁਸੀਂ ਕਹਿੰਦੇ ਦੇਖੋਗੇ ਜਿਹੜੀ ਨਜ਼ਰ ਕਮਜ਼ੋਰ ਆ ਉਸ ਤੋਂ ਬੜੀ ਜ਼ਿਆਦਾ ਛੇਤੀ ਰਾਹਤ ਇਹਨਾਂ ਨੂੰ ਪ੍ਰਾਪਤ ਹੋ ਜਾਊਗੀ। ਸੋ ਇਹ ਸਮੇਂ-ਸਮੇਂ 'ਤੇ ਮਹਾਂਪੁਰਖਾਂ ਵੱਲੋਂ ਬਣਾਏ ਗਏ ਜਿਹੜੇ ਫਾਰਮੂਲੇ ਆ ਉਹਨਾਂ ਨੇ ਇਹ ਸੰਗਤਾਂ ਵਿੱਚ ਸਾਂਝੇ ਕੀਤੇ ਆ ਤਾਂ ਜੋ ਸੰਗਤ ਦਾ ਭਲਾ ਹੋ ਜਾਵੇ। ਔਰ ਜਿਹੜੇ ਇਸ ਫਾਰਮੂਲੇ ਨੂੰ ਵਰਤਦੇ ਤੁਸੀਂ ਦੇਖੋਗੇ ਜਦੋਂ ਉਹਨਾਂ ਦੀ ਸਿਹਤ ਨਰੋਈ ਹੋ ਜਾਂਦੀ ਆ ਫਿਰ ਉਹ ਭਜਨ ਕਰਨ ਦੇ ਕਾਬਲ ਹੋ ਜਾਂਦੇ, ਕਿਉਂਕਿ ਬਿਨਾਂ ਚੰਗੀ ਸਿਹਤ ਤੋਂ ਭਜਨ ਸਿਮਰਨ ਨਹੀਂ ਹੋ ਸਕਦਾ ਅਤੇ ਨਾ ਸੇਵਾ ਹੀ ਹੋ ਸਕਦੀ ਆ। ਇਸ ਕਰਕੇ ਸਿਹਤ ਦਾ ਪਹਿਲਾਂ ਖਿਆਲ ਰੱਖਣਾ ਬੜਾ ਜ਼ਰੂਰੀ ਆ। ਇਸੇ ਕਰਕੇ ਸਾਨੂੰ ਮਹਾਂਪੁਰਖਾਂ ਨੇ ਆਖਿਆ ਹੈਗਾ ਕਿ ਜਿਵੇਂ ਧੂ ਅਤੇ ਪ੍ਰਹਲਾਦ ਜਿਨ੍ਹਾਂ ਦੀ ਉਮਰ 5 ਸਾਲ ਸੀ ਉਹਨਾਂ ਨੇ ਭਜਨ ਅਤੇ ਸਿਮਰਨ ਕਰਨਾ ਸ਼ੁਰੂ ਕੀਤਾ ਕਿਉਂਕਿ ਉਦੋਂ ਸਿਹਤ ਅਤੇ ਤੰਦਰੁਸਤੀ ਹਜੇ ਸ਼ੁਰੂਆਤ ਹੁੰਦੀ ਆ। ਅਤੇ ਇਸੇ ਤਰ੍ਹਾਂ ਸੰਤ ਮਹਾਂਪੁਰਖ ਬਾਬਾ ਈਸ਼ਰ ਸਿੰਘ ਦੱਸਦੇ ਸੀ ਕਿ ਜਦੋਂ ਅਸੀਂ ਵੀ ਭਜਨ ਸਿਮਰਨ ਕਰਨਾ ਸ਼ੁਰੂ ਕੀਤਾ ਸੀਗਾ ਉਸ ਟਾਈਮ ਸਾਡੀ ਜਿਹੜੀ ਸਿਹਤ ਸੀਗੀ ਬੜੀ ਬੁਲੰਦ ਸੀਗੀ। ਇੱਕ ਛੱਪੜ ਸੀ ਸੁੱਕਾ ਜਿਹਦੇ 'ਤੇ ਕਹਿੰਦੇ ਅਸੀਂ ਰਾਤ ਨੂੰ ਬਹਿ ਜਾਂਦੇ ਸੀ ਸ਼ਾਮ ਜਿਹਨੂੰ ਅਤੇ ਸਵੇਰੇ ਉੱਠਦੇ ਹੁੰਦੇ ਸੀ ਕਿਉਂਕਿ ਸਿਹਤ ਬੜੀ ਤੰਦਰੁਸਤ ਹੁੰਦੀ ਸੀ। ਅਤੇ ਸਾਰੀ ਰਾਤ ਬੈਠੀ ਰਹਿਣਾ, ਬੈਠਿਆਂ ਕੋਈ ਥਕੇਵਾ ਨਹੀਂ ਹੋਣਾ, ਪਤਾ ਨਹੀਂ ਲੱਗਣਾ। ਅਤੇ ਪਰ ਅਗਰ ਸਿਹਤ ਕਿਸੇ ਬਿਮਾਰੀ ਦੀ ਜਗੜ ਦੇ ਵਿੱਚ ਆ ਜਾਵੇ ਅਤੇ ਫਿਰ ਤਾਂ ਭਾਈ ਸੇਵਾ ਤਾਂ ਇੱਕ ਪਾਸੇ, ਸਿਮਰਨ ਕਰਨਾ ਬਹਿਣਾ ਬੜਾ ਔਖਾ ਹੋ ਜਾਂਦਾ। ਲੱਕ 'ਚ ਦਰਦ ਹੋਣ ਲੱਗ ਪੈਂਦਾ ਹੈਗਾ ਅਤੇ ਲੱਕ 'ਚ ਦਰਦ ਹੋਣ ਦੇ ਨਾਲ ਫਿਰ ਜਿਹੜੇ ਸਾਡੀ ਜੋੜ ਹੈ ਉਹਨਾਂ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਅਤੇ ਇਸ ਤਰ੍ਹਾਂ ਦੀਆਂ ਕਈ ਜਿਹੜੀਆਂ ਹੈਗੀਆਂ ਉਹ ਨਾਮੁਰਾਦ ਬਿਮਾਰੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ। ਸੋ ਮਹਾਂਪੁਰਖਾਂ ਨੇ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਤੇ ਆਮ ਭਲਾਈ ਦੇ ਵਾਸਤੇ ਜੋ ਸਮੇਂ-ਸਮੇਂ 'ਤੇ ਫਾਰਮੂਲੇ ਇਹ ਕੱਢੇ ਆ ਅਤੇ ਜਦੋਂ ਅਸੀਂ ਇਹਨਾਂ ਦਾ ਸਦਉਪਯੋਗ ਕਰਾਂਗੇ ਅਤੇ ਫਿਰ ਭਾਈ ਅਸੀਂ ਆਪਣੀ ਸਿਹਤ ਦਾ ਆਪ ਖਿਆਲ ਰੱਖ ਸਕਦੇ ਹਾਂ ਅਤੇ ਦੂਸਰਿਆਂ ਦਾ ਵੀ ਇਹਦੇ ਵਿੱਚ ਭਲਾ ਕਰ ਸਕਦੇ ਹਾਂ। ਸੋ ਦਾਸ ਇੰਨੇ ਹੀ ਫਾਰਮੂਲਿਆਂ ਦੇ ਜੋ ਪ੍ਰਵਚਨ ਮਹਾਂਪੁਰਖ ਨੇ ਸਮੇਂ-ਸਮੇਂ 'ਤੇ ਕੱਢੇ ਆ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕਵਾ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।